ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਨਕਸ਼ ਗੋਇਲ ਲਰਨਿੰਗ ਸਟੂਡੀਓ ਦੇ ਵਿੱਚ। ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਕਸ਼ ਗੋਇਲ ਲਰਨਿੰਗ ਸਟੂਡੀਓ ਔਨ YouTube। ਇਹਦੇ ਵਿੱਚ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿੱਥੇ ਪੰਜਾਬੀ ਦੇ ਵਿੱਚ ਜੀਕੇ ਦੇ ਜੋ ਹੈ ਵਨ ਲਾਈਨਰਸ ਆਪਾਂ ਡਿਸਕਸ ਕਰਾਂਗੇ। ਜੋ ਆਪਾਂ ਇਸ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਲਿਮਿਟਿਡ ਕੰਟੈਂਟ ਤੇ ਉਸ ਨੂੰ ਡੀਪ ਨੌਲੇਜ ਦੇ ਨਾਲ ਆਪਾਂ ਡਿਸਕਸ ਕਰਾਂਗੇ। ਫੇਮਸ ਕੋਟ ਬਾਈ ਚੇਤਨ ਭਗਤ, ਬੀ ਸੋ ਬਿਜ਼ੀ ਇੰਪਰੂਵਿੰਗ yourself that you have no time to criticize others। ਇਸ ਚੇਤਨ ਭਗਤ ਦੀ ਇਸ ਕੋਟ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਇੰਪਰੂਵ ਕਰਨ ਦੇ ਵਿੱਚ ਤੁਹਾਨੂੰ ਇੰਨਾ ਬਿਜ਼ੀ ਹੋ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਦੂਜਿਆਂ ਨੂੰ ਕ੍ਰਿਟਿਸਾਈਜ਼ ਕਰਨ ਦਾ ਟਾਈਮ ਹੀ ਨਾ ਮਿਲੇ। ਸੋ ਫਰਸਟ ਕੁਐਸਚਨ ਇਸ ਸੀਰੀਜ਼ ਦਾ, in the Vedic society which was the term used to denote a group of family। Vedic society ਦੇ ਵਿੱਚ group of families ਨੂੰ denote ਕਰਨ ਦੇ ਲਈ ਜਿਸ term ਦਾ use ਕੀਤਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਗ੍ਰਾਮ ਔਰ village। Lowest unit of Rigvedic society was patriarchal family ਔਰ ਕੁਲ। ਮਤਲਬ ਸਭ ਤੋਂ ਛੋਟੀ ਜਿਹੜੀ ਯੂਨਿਟ ਹੁੰਦੀ ਸੀ ਰਿਗਵੈਦਿਕ ਸੁਸਾਇਟੀ ਦੇ ਵਿੱਚ ਉਸ ਨੂੰ ਕੀ ਕਿਹਾ ਜਾਂਦਾ ਸੀ? ਕੁਲ। ਨੈਕਸਟ, a number of families bound together by kinship ties of blood formed a clan। ਜਿਹੜੀ ਕਿ ਨੰਬਰ ਆਫ ਫੈਮਿਲੀਜ਼ ਹੁੰਦੀਆਂ ਸੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਬੌਂਡਿੰਗ ਹੁੰਦੀ ਸੀ, ਪਿਆਰ ਹੁੰਦੀ ਸੀ, ਸਾਂਝ ਹੁੰਦੀ ਸੀ, ਉਸ ਨੂੰ ਕੀ ਕਿਹਾ ਜਾਂਦਾ ਸੀ? ਕਲਾਨ। ਵਿਸ਼ੇਸ਼ ਦੇ ਗਰੁੱਪ ਨੂੰ ਜਨ ਜਾਂ ਇੱਕ ਟ੍ਰਾਈਬ ਕਿਹਾ ਜਾਂਦਾ ਸੀ, ਠੀਕ ਹੈ, ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਉਹੀ ਬੌਂਡਿੰਗ ਹੁੰਦੀ ਸੀ, ਪਿਆਰ ਤੇ ਸਾਂਝ ਹੁੰਦਾ ਸੀ। ਗੋਪਾ ਵਾਜ਼ ਦਾ ਹੈਡ ਆਫ ਵਨ ਜਨ। ਜਿਸ ਨੂੰ ਮਿਲਾ ਕੇ, ਜਨਾਂ ਦੇ ਸਮੂਹ ਨੂੰ ਮਿਲਾ ਕੇ ਇੱਕ ਜਨਪਦ ਜਾਂ ਇੱਕ ਕਿੰਗਡਮ ਤਿਆਰ ਹੁੰਦਾ ਸੀ, ਉਸ ਨੂੰ ਜਨਪਦ ਜਾਂ ਕਿੰਗਡਮ ਕਿਹਾ ਜਾਂਦਾ ਸੀ। ਉਸ ਕਿੰਗਡਮ ਦਾ ਜਿਹੜਾ ਹੈਡ ਹੁੰਦਾ ਸੀ ਉਸ ਨੂੰ ਰਾਜਨ ਕਿਹਾ ਜਾਂਦਾ ਸੀ। ਕੁਐਸਚਨ ਇਜ਼, what was the script used in the earliest Tamil inscriptions। ਤਾਮਿਲ ਦੇ ਵਿੱਚ ਜਿਹੜੀਆਂ ਇਨਕ੍ਰਿਪਸ਼ਨਸ ਹੁੰਦੀਆਂ ਸੀ, ਜਿਹੜੀਆਂ ਲਿਖਾਵਟਾਂ ਹੁੰਦੀਆਂ ਸੀ, ਉਹਦੇ ਵਿੱਚ ਕਿਹੜੀ ਸਕ੍ਰਿਪਟ ਯੂਜ਼ ਕੀਤੀ ਜਾਂਦੀ ਸੀ? ਬ੍ਰਾਹਮੀ ਸਕ੍ਰਿਪਟ। ਤਾਮਿਲ ਇਨਸਕ੍ਰਿਪਸ਼ਨਸ ਦੇ ਵਿੱਚ ਬ੍ਰਾਹਮੀ ਸਕ੍ਰਿਪਟ ਯੂਜ਼ ਕੀਤੀ ਜਾਂਦੀ ਸੀ। ਬ੍ਰਾਹਮੀ ਸਕ੍ਰਿਪਟ ਜਿਹੜੀ ਸੀ ਉਹ ਸਭ ਤੋਂ ਇੰਡੀਆ ਦੇ ਵਿੱਚ ਜਿਹੜੀ ਸਭ ਤੋਂ ਪੁਰਾਣੀ ਸਕ੍ਰਿਪਟ ਹੈ ਦੈਟ ਇਜ਼ ਇੰਡਸ ਸਕ੍ਰਿਪਟ। ਉਸ ਤੋਂ ਬਾਅਦ ਜਿਹੜੀ ਸਕ੍ਰਿਪਟ ਡਿਵੈਲਪ ਹੋਈ ਦੈਟ ਇਜ਼ ਬ੍ਰਾਹਮੀ ਸਕ੍ਰਿਪਟ। ਨੈਕਸਟ ਕੁਐਸਚਨ ਇਜ਼, ਵਿਚ ਪੋਰਟ ਹੈਂਡਲ the North Indian trade during the Gupta period। ਜਿਹੜਾ North Indian trade ਸੀਗਾ ਉਹ ਕਿਹੜੇ ਪੋਰਟ ਦੇ ਥਰੂ ਹੁੰਦਾ ਸੀ? ਇਹਦਾ ਕਰੈਕਟ ਆਨਸਰ ਹੈ ਪਤੀ ਪੋਰਟ। Tamralipti port handled the North Indian trade during the Gupt period। ਗੁਪਤ ਪੀਰੀਅਡ ਦੇ ਦੌਰਾਨ ਜਿਹੜਾ ਨਾਰਥ ਇੰਡੀਅਨ ਟ੍ਰੇਡ ਹੁੰਦਾ ਸੀ ਉਹ ਤਮਰਲਿਪਤੀ ਪੋਰਟ ਦੇ ਥਰੂ ਹੁੰਦਾ ਸੀ। ਤਮਰਲਿਪਤੀ ਪੋਰਟ ਵਾਜ਼ ਦਾ ਐਗਜ਼ਿਟ ਪੁਆਇੰਟ ਆਫ ਮੌਰੀਅਨ ਟ੍ਰੇਡ ਰੂਟ। ਮੌਰੀਅਨ ਟ੍ਰੇਡ ਰੂਟ ਦਾ ਇੱਕ ਇਹ ਜਿਹੜਾ ਹੈ ਤਮਰਲਿਪਤੀ ਪੋਰਟ ਇੱਕ ਐਗਜ਼ਿਟ ਪੁਆਇੰਟ ਮੰਨਿਆ ਜਾਂਦਾ ਸੀ। ਇਟ ਵਾਜ਼ ਲੋਕੇਟਡ ਨੀਅਰ ਰੂਪ ਨਾਰਾਇਣਾ ਰਿਵਰ। ਨੈਕਸਟ ਕੁਐਸਚਨ ਫਰੈਂਡਸ, which Tomar ruler is credited to have established Delhi। ਦਿੱਲੀ ਨੂੰ ਕਿਸ ਤੋਮਰ ਰੂਲਰ ਨੇ ਐਸਟੈਬਲਿਸ਼ ਕੀਤਾ ਸੀ? ਇਹ ਕੁਐਸਚਨ ਐਵੇਂ ਵੀ ਪੁੱਛਿਆ ਜਾ ਸਕਦਾ ਹੈ ਕਿ ਦਿੱਲੀ ਨੂੰ ਕਿਸ ਰੂਲਰ ਨੇ, ਕਿਸ ਡਾਇਨੈਸਟੀ ਦੇ ਰੂਲਰ ਨੇ ਐਸਟੈਬਲਿਸ਼ ਕੀਤਾ ਸੀ? ਤੋਮਰ ਡਾਇਨੈਸਟੀ, ਤੋਮਰ ਰੂਲਰ ਨੇ ਐਸਟੈਬਲਿਸ਼ ਕੀਤਾ ਸੀ। ਕਿਹੜੇ ਤੋਮਰ ਰੂਲਰ ਨੇ ਕੀਤਾ ਸੀ? ਏਕਪਾਲ ਤੋਮਰ। ਅਨੰਗਪਾਲ ਤੋਮਰ ਜਿਹੜਾ ਸੀ ਫਰੈਂਡਸ ਦਿੱਲੀ ਦਾ ਐਸਟੈਬਲਿਸ਼ਮੈਂਟ ਕੀਤਾ ਸੀ। ਅਨੰਗਪਾਲ ਤੋਮਰ ਇੱਕ ਤੋਮਰ ਰੂਲਰ ਸੀ ਜਿਹਨੇ ਕਿ ਦਿੱਲੀ ਦੇ ਵਿੱਚ ਹੋਰ ਵੀ ਕਈ ਕਾਰਜ ਕੀਤੇ, ਜਿਵੇਂ ਕਿ ਲਾਲਕੋਟ, ਜਿਹਨੂੰ ਬਾਅਦ ਦੇ ਵਿੱਚ ਪ੍ਰਿਥਵੀ ਰਾਜ ਨੇ ਟੁਕ ਓਵਰ ਕਰ ਲਿਆ ਤੇ ਆਪਣੇ ਕਿਲਾ ਰਾਏ ਪਿਥੋਰਾ, ਪ੍ਰਿਥਵੀ ਰਾਜ ਦਾ ਜਿਹੜਾ ਕਿਲਾ ਸੀਗਾ, ਪ੍ਰਿਥਵੀ ਰਾਜ ਦੀ ਸਿਟੀ ਸੀ ਕਿਲਾ ਰਾਏ ਪਿਥੋਰਾ, ਉਹਨੂੰ ਐਕਸਟੈਂਡ ਲਾਲਕੋਟ ਤੱਕ ਉਸਨੇ ਐਕਸਟੈਂਡ ਕੀਤਾ। ਨੈਕਸਟ ਕੁਐਸਚਨ ਫਰੈਂਡਸ, who was the Sultan of Delhi who is reputed to have built the biggest network of canals in India। ਕੈਨਾਲਸ ਆਫ ਇੰਡੀਆ, ਇੰਡੀਆ ਦੇ ਵਿੱਚ ਕੈਨਾਲਸ ਦਾ ਵੱਡਾ ਨੈਟਵਰਕ ਕਿਹੜੇ ਸੁਲਤਾਨ, ਦਿੱਲੀ ਦੇ ਕਿਹੜੇ ਸੁਲਤਾਨ ਨੇ ਬਿਲਟ ਕੀਤਾ ਸੀ? ਉਸਦਾ ਨਾਮ ਸੀ ਫਰੈਂਡਸ ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਤੁਗਲਕ ਜਿਹੜਾ ਸੀਗਾ ਉਹ ਸੁਲਤਾਨ ਆਫ ਦਿੱਲੀ ਸੀ ਜਿਸਨੇ ਇੰਡੀਆ ਦੇ ਵਿੱਚ ਬਿਗੇਸਟ ਨੈਟਵਰਕ ਆਫ ਕੈਨਾਲਸ ਨੂੰ ਕ੍ਰੀਏਟ ਕੀਤਾ ਸੀ, ਬਿਲਟ ਕੀਤਾ ਸੀ। ਉਸਨੇ ਆਪਣੀ ਜਿਹੜੀ ਨਵਾਂ ਵਸਾਇਆ ਸ਼ਹਿਰ ਸੀ ਉਸਦਾ ਹਿਜ਼ਾਰੀ ਫਿਰੂਜ਼ਾ 1355 ਦੇ ਵਿੱਚ ਉਸਨੇ ਉਸ 'ਤੇ ਡਬਲ ਸਿਸਟਮ ਆਫ ਕੈਨਾਲਸ ਫਾਰਮ ਕੀਤਾ ਸੀ। ਇਹ ਯਮੁਨਾ ਤੋਂ ਲੈ ਕੇ ਸਤਲੁਜ ਤੱਕ ਉਸਨੇ ਡਬਲ ਸਿਸਟਮ ਆਫ ਕੈਨਾਲਸ ਬਿਲਟ ਕੀਤਾ ਸੀ। ਵਿਚ ਸਕੂਲ ਆਫ ਪੇਂਟਿੰਗਸ ਡਿਵੈਲਪਡ ਇੰਡੀਪੈਂਡੈਂਟਲੀ ਡਿਊਰਿੰਗ ਦਾ ਮੁਗਲ ਪੀਰੀਅਡ।
ਮੁਗਲ ਪੀਰੀਅਡ ਦੇ ਦੌਰਾਨ ਕਿਹੜਾ ਪੇਂਟਿੰਗਸ ਦਾ ਕਿਹੜਾ ਸਕੂਲ ਸੀ ਜਿਹੜਾ ਕਿ ਇੰਡੀਪੈਂਡੈਂਟਲੀ ਡਿਵੈਲਪ ਕੀਤਾ ਗਿਆ ਸੀ? ਇਸ ਸਕੂਲ ਦਾ ਨਾਮ ਸੀ ਵਿਜਾਪੁਰ ਸਕੂਲ। ਵਿਜਾਪੁਰ ਸਕੂਲ ਵਾਜ਼ ਅ ਫੇਮਸ painting school. The maximum number of miniature paintings was produced during the times of Sultan Ibrahim Adil Shah. So the next is, which Englishman was fellow of Gandhiji in South Africa? Most important question, friends. So Pollock was the Englishman who was a fellow of Gandhiji in South Africa. ਉਹਦਾ ਪੂਰਾ ਨਾਮ ਸੀ friends Henry Solomon Leon Pollock। ਹੈਨਰੀ ਪੋਲਕ ਜਿਹੜਾ ਸੀ ਉਹ ਇੱਕ ਬ੍ਰਿਟਿਸ਼ ਲਾਇਰ ਸੀ, ਜਰਨਲਿਸਟ ਸੀ ਤੇ ਐਡੀਟਰ ਆਫ ਇੰਡੀਅਨ ਓਪੀਨੀਅਨ ਸੀਗਾ, ਜਿਹੜਾ ਕਿ ਇੰਡੀਆ ਦੇ ਬਾਰੇ ਐਡੀਟਿੰਗ ਕਰਦਾ ਸੀ, ਰਿਪੋਰਟਿੰਗ ਕਰਦਾ ਸੀ। ਤੇ ਉਸਨੇ ਹੀ ਫਰੈਂਡਸ ਮੋਹਨਦਾਸ ਕਰਮਚੰਦ ਗਾਂਧੀ ਜਿਹੜੇ MK ਗਾਂਧੀ ਜੀ ਸੀ ਉਹਨਾਂ ਦੇ ਨਾਲ ਕੈਂਪੇਨ ਕੀਤਾ ਸੀਗਾ ਅਗੇਂਸਟ ਦ ਰਿਸਟ੍ਰਿਕਸ਼ਨਸ ਔਨ ਸਾਊਥ ਅਫਰੀਕਨ ਇੰਡੀਅਨਸ ਦੇ ਨਾਲ। ਸਾਊਥ ਅਫਰੀਕਾ ਦੇ ਵਿੱਚ ਇੰਡੀਅਨਸ ਦੇ ਨਾਲ ਕਾਫੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ, ਜਿਸ ਦੇ ਅਗੇਂਸਟ ਉਹਨਾਂ ਨੇ ਗਾਂਧੀ ਜੀ ਦੇ ਨਾਲ ਮਿਲ ਕੇ ਕੈਂਪੇਨ ਕੀਤਾ ਸੀ ਫਰੈਂਡਸ। ਨੈਕਸਟ ਕੁਐਸਚਨ ਇਜ਼, ਹੂ ਕਮੈਂਟਡ ਦ ਕ੍ਰਿਪਸ ਮਿਸ਼ਨ ਵਾਜ਼ ਪੋਸਟ ਡੇਟਡ ਚੈੱਕ ਔਨ ਅ ਕ੍ਰੈਸ਼ਿੰਗ ਬੈਂਕ? ਉਸਨੂੰ ਮਹਾਤਮਾ ਗਾਂਧੀ ਜੀ ਨੇ ਇੱਕ ਪੋਸਟ ਡੇਟਡ ਚੈੱਕ ਦੇ ਨਾਲ ਕੰਪੇਅਰ ਕਰਦੇ ਹੋਏ ਇੱਕ ਪੋਸਟ ਡੇਟਡ ਚੈੱਕ ਔਨ ਅ ਕ੍ਰੈਸ਼ਿੰਗ ਬੈਂਕ, ਮਤਲਬ ਇੱਕ ਬੈਂਕ ਕ੍ਰੈਸ਼ ਕਰ ਰਿਹਾ ਹੈ ਉਹਦੇ ਵਿੱਚ ਪੋਸਟ ਡੇਟਡ ਚੈੱਕ ਸੁੱਟ ਦਿੱਤਾ ਗਿਆ, ਉਸ ਦੇ ਨਾਲ ਕੰਪੇਅਰ ਕੀਤਾ ਸੀ ਕ੍ਰਿਪਸ ਮਿਸ਼ਨ ਨੂੰ ਮਹਾਤਮਾ ਗਾਂਧੀ ਜੀ ਨੇ। ਇਹ ਇੱਕ ਇਨਸੀਡੈਂਟ ਹੈ, ਬਹੁਤ ਵਾਰ ਕੁਐਸਚਨ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਗਿਆ ਫਰੈਂਡਸ। ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਸੀਗੀ ਉਸਨੇ ਕ੍ਰਿਪਸ ਮਿਸ਼ਨ ਦੇ ਨਾਲ ਆਪਣੀ ਟਾਕਸ ਨੂੰ ਖਤਮ ਕਰ ਦਿੱਤਾ ਅੰਡਰ ਦਾ ਗਾਈਡੈਂਸ ਆਫ ਗਾਂਧੀ ਜੀ। ਠੀਕ ਹੈ ਜੀ, ਉਹਨਾਂ ਦੇ ਜਿਹੜੇ ਨੈਸ਼ਨਲ ਲੀਡਰਸ਼ਿਪ ਉਸਨੇ ਡਿਮਾਂਡ ਕੀਤੀ ਕਿ ਆਪਾਂ ਨੂੰ ਇੱਕ ਸੈਲਫ ਗਵਰਨਮੈਂਟ ਖੜੀ ਕਰਨੀ ਚਾਹੀਦੀ ਹੈ। ਗਾਂਧੀ ਜੀ ਨੇ ਜਿਹੜੀ ਕ੍ਰਿਪਸ ਵੱਲੋਂ ਡੋਮੀਨੀਅਨ ਸਟੇਟਸ ਦੀ ਆਫਰ ਪੇਸ਼ ਕੀਤੀ ਗਈ ਸੀ ਉਸ ਨੂੰ ਠੁਕਰਾ ਦਿੱਤਾ ਸੀ। ਕੀ ਕਹਿੰਦੇ ਹੋਏ? ਪੋਸਟ ਡੇਟਡ ਚੈੱਕ ਡਰਾਨ ਔਨ ਅ ਫੇਲਿੰਗ ਬੈਂਕ। Next question, at which place did Mahatma Gandhi first started his satyagraha in India? Most important question, friends. It was on Champaran in Bihar. ਇੰਡੀਆ ਦੀ ਜਿਹੜੀ ਪਹਿਲੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀਗੀ, ਇੱਕ ਜਿਹੜਾ ਮਤਲਬ ਇੱਕ ਨਾ ਪੱਖੀ ਹੁੰਗਾਰਾ ਭਰਿਆ ਸੀ ਇੰਡੀਆ ਦੇ ਵਿੱਚ ਪਹਿਲੀ ਵਾਰੀ ਲੋਕਾਂ ਨੇ, ਉਹ ਮਹਾਤਮਾ ਗਾਂਧੀ ਜੀ ਦੇ ਪ੍ਰੋਟੈਸਟ ਲਾਂਚ ਕਰਨ ਤੇ ਹੀ ਭਰਿਆ ਗਿਆ ਸੀ। ਇਹ ਜਿਹੜਾ ਸੱਤਿਆਗ੍ਰਹਿ ਪਹਿਲਾ ਸੱਤਿਆਗ੍ਰਹਿ ਸੀ ਮਹਾਤਮਾ ਗਾਂਧੀ ਜੀ ਦੇ ਵੱਲੋਂ, ਉਹ ਚੰਪਾਰਨ ਡਿਸਟ੍ਰਿਕਟ ਬਿਹਾਰ ਦੇ ਵਿੱਚ ਸਟਾਰਟ ਕੀਤਾ ਗਿਆ ਸੀ। ਚੰਪਾਰਨ ਜਿਹੜਾ ਹੈ ਇੱਕ ਬਹੁਤ ਜ਼ਿਆਦਾ ਫੇਮਸ ਪਲੇਸ ਬਣ ਗਿਆ ਸੀ ਉਸ ਟਾਈਮ ਤੇ, ਜਿਹੜਾ ਕਿ ਉੱਥੋਂ ਸ਼ੁਰੂ ਹੁੰਦੇ ਹੋਏ ਹੋਰ ਵੀ ਕਾਫੀ ਜਗ੍ਹਾ ਦੇ ਉੱਤੇ ਇਸ ਨੂੰ ਰੈਪਲੀਕੇਟ ਕੀਤਾ ਗਿਆ ਸੀ, ਹੋਰ ਵੀ ਜਗ੍ਹਾ ਤੇ ਇਸ ਨੂੰ ਵਧਾਇਆ ਗਿਆ ਸੀ। ਨੈਕਸਟ ਕੁਐਸਚਨ ਫਰੈਂਡਸ, ਡਿਊਰਿੰਗ ਵਿਚ ਮੂਵਮੈਂਟ ਵਾਜ਼ ਮਹਾਤਮਾ ਐਡਿਡ ਬਿਫੋਰ ਗਾਂਧੀ ਜੀ ਨੇਮ? ਸੇਮ ਚੰਪਾਰਨ ਸੱਤਿਆਗ੍ਰਹਿ ਦੇ ਵਿੱਚ ਮਹਾਤਮਾ ਗਾਂਧੀ ਜੀ ਦੇ ਨਾਮ ਦੇ ਮੂਹਰੇ ਮਹਾਤਮਾ ਐਡ ਕੀਤਾ ਗਿਆ ਸੀ। ਮਹਾਤਮਾ ਉਹਨਾਂ ਨੂੰ ਇੱਕ ਸਟੇਟਸ ਦਿੱਤਾ ਗਿਆ ਸੀ ਚੰਪਾਰਨ ਸੱਤਿਆਗ੍ਰਹਿ ਦੇ ਦੌਰਾਨ। ਚੰਪਾਰਨ ਸੱਤਿਆਗ੍ਰਹਿ ਆਫ 1917 ਦੇ ਵਿੱਚ ਸੀਗਾ ਚੰਪਾਰਨ ਸੱਤਿਆਗ੍ਰਹਿ। ਕੁਐਸਚਨ ਗਾਈਜ਼, ਭਗਤ ਤੁਕਾਰਾਮ ਵਾਜ਼ ਅ ਕੰਟੈਂਪਰੇਰੀ ਆਫ ਵਿਚ ਮੁਗਲ ਐਮਪਰਰ? ਮੋਸਟ ਇੰਪੋਰਟੈਂਟ ਕੁਐਸਚਨ, ਬਹੁਤ ਵਾਰੀ ਪੰਜਾਬ ਦੇ ਐਗਜ਼ਾਮ ਦੇ ਵਿੱਚ ਬਹੁਤ ਕੁਐਸਚਨਸ ਰਿਪੀਟ ਹੁੰਦੇ ਨੇ ਫਰੈਂਡਸ, ਉਹੀ ਕੁਐਸਚਨ ਆਪਾਂ ਬਾਰ-ਬਾਰ ਡਿਸਕਸ ਕਰ ਰਹੇ ਹਾਂ। ਪਲੀਜ਼ ਫਰੈਂਡਸ ਰਿਕੁਐਸਟ ਹੈ ਤੁਹਾਨੂੰ, ਜੇਕਰ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹੋਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਜਿਹੜੇ ਪੰਜਾਬ ਦੇ ਨਾਲ ਰਿਲੇਟਡ ਨੇ ਜਾਂ ਆਪਣੀ ਇੰਡੀਅਨ ਹਿਸਟਰੀ ਦੇ ਨਾਲ ਰਿਲੇਟਡ ਨੇ, ਜਨਰਲ ਨੌਲੇਜ ਦੇ ਕੁਐਸਚਨਸ ਨੇ, ਉਹ ਆਪਾਂ ਵੱਧ ਤੋਂ ਵੱਧ ਡਿਸਕਸ ਕਰ ਸਕੀਏ ਫਰੈਂਡਸ। ਸੋ ਭਗਤ ਤੁਕਾਰਾਮ ਵਾਜ਼ ਅ ਕੰਟੈਂਪਰੇਰੀ ਆਫ ਵਿਚ ਮੁਗਲ ਐਮਪਰਰ? ਭਗਤ ਤੁਕਾਰਾਮ ਸੀਗੇ ਜਿਹੜੇ ਉਹ ਜਹਾਂਗੀਰ ਦੇ ਕੰਟੈਂਪਰੇਰੀ ਸੀਗੇ। ਤੁਕਾਰਾਮ ਇੱਕ ਫਾਰਮਰ ਦੇ ਸਨ ਸੀ ਜਿਹੜੇ ਕਿ ਪ੍ਰਸਿੱਧ ਮਰਾਠੀ ਭਗਤੀ ਪੋਇਟ ਸੀਗੇ। ਨੈਕਸਟ ਕੁਐਸਚਨ ਫਰੈਂਡਸ, ਹੂ ਵਾਜ਼ ਕਾਲਡ ਜਿੰਦਾ ਪੀਰ ਇਨ ਮੁਗਲ ਇੰਡੀਆ? ਮੋਸਟ ਇੰਪੋਰਟੈਂਟ, ਵੈਰੀ ਇੰਪੋਰਟੈਂਟ। ਜਿੰਦਾ ਪੀਰ ਦੇ ਨਾਲ ਇਹਨਾਂ ਨੂੰ ਹੋਰ ਵੀ ਕਈ ਨਾਮਾਂ ਦੇ ਨਾਲ ਜਾਣਿਆ ਜਾਂਦਾ ਸੀ ਫਰੈਂਡਸ। ਕੈਨ ਯੂ ਮੇਕ ਐਨੀ ਗੈਸਿਸ? ਕੀ ਤੁਸੀਂ ਕੋਈ ਗੈਸ ਕਰ ਸਕਦੇ ਹੋ? ਜੇ ਤੁਸੀਂ ਕਿਸੇ ਵੀ ਕੁਐਸਚਨ ਦਾ ਫਰੈਂਡਸ ਆਨਸਰ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦਿਓ। ਮੈਂ ਤੁਹਾਨੂੰ ਨੈਕਸਟ ਦੱਸਾਂਗਾ ਕਿ ਤੁਹਾਡਾ ਕੁਐਸਚਨ ਸਹੀ ਸੀ ਜਾਂ ਗਲਤ ਸੀ, ਕਿਸ ਨੇ ਰਿਸਪੌਂਡ ਕੀਤਾ ਫਰੈਂਡਸ। ਸੋ ਜਿੰਦਾ ਪੀਰ ਜਿਹੜਾ ਸੀਗਾ ਉਹ ਔਰੰਗਜ਼ੇਬ, ਇੱਕ ਮੁਗਲ ਜਿਹੜਾ ਐਮਪਰਰ ਸੀ ਔਰੰਗਜ਼ੇਬ, ਉਸਨੂੰ ਜਿੰਦਾ ਪੀਰ ਦੀ ਉਪਾਧੀ ਦਿੱਤੀ ਗਈ ਸੀ ਫਰੈਂਡਸ, ਡਿਊ ਟੂ ਹਿਜ਼ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ।
ਉਹ ਬਹੁਤ ਜ਼ਿਆਦਾ ਸਿੰਪਲ ਲਿਵਿੰਗ ਸੀਗਾ, ਉਹਨਾਂ ਦਾ ਲਿਵਿੰਗ ਜਿਹੜੀ ਲਾਈਫ ਸਟਾਈਲ ਸੀ ਬਹੁਤ ਜ਼ਿਆਦਾ ਸਿੰਪਲ ਸੀ, ਜਿਸ ਕਾਰਨ ਉਹਨਾਂ ਨੂੰ ਜ਼ਿੰਦਾ ਪੀਰ ਕਿਹਾ ਜਾਂਦਾ ਸੀ। ਉਹ ਮੁਗਲ ਐਮਪਾਇਰ ਦੇ 6th ਰੂਲਰ ਸੀ। ਔਰੰਗਜ਼ੇਬ ਇਜ਼ ਦ 6th ਰੂਲਰ ਆਫ ਮੁਗਲ ਐਮਪਾਇਰ। ਇਹ ਬਹੁਤ ਵਾਰੀ ਇਹ ਵੀ ਰਿਪੀਟ ਕੀਤਾ ਜਾਂਦਾ ਰਿਹਾ ਹੈ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਤੇ SSC ਐਗਜ਼ਾਮਸ ਦੇ ਵਿੱਚ ਵੀ। ਉਹਨਾਂ ਨੂੰ ਇਸ ਜ਼ਿੰਦਾ ਪੀਰ ਦੇ ਨਾਲ ਨਾਲ ਇੱਕ ਆਲਮਗੀਰ ਦੇ ਨਾਲ ਵੀ ਜਾਣਿਆ ਜਾਂਦਾ ਸੀ, ਜਿਸ ਦਾ ਕਿ ਇੰਗਲਿਸ਼ ਮੀਨਿੰਗ ਹੈ ਕੰਕਰਰ ਆਫ ਦ ਵਰਲਡ, ਕੰਕਰ ਕੀਤਾ। ਨੈਕਸਟ ਗਾਈਜ਼, ਇਨ ਵਿਚ ਨੋਮਾਡ ਮੈਨ ਸਟਾਰਟਡ ਸੈਟਲਿੰਗ। ਜਿਹੜੀ ਮਤਲਬ ਹਿਸਟਰੀ ਦੇ ਵਿੱਚ ਕਿਸ ਏਜ ਦੇ ਦੌਰਾਨ, ਕਿਸ ਸਮੇਂ ਦੇ ਦੌਰਾਨ, ਕਿਸ ਪੀਰੀਅਡ ਦੌਰਾਨ ਜਿਹੜੇ ਨੋਮਡ ਸੀਗੇ, ਨੋਮਡ ਮੈਨ, ਉਹਨਾਂ ਨੇ ਸੈਟਲ ਹੋਣਾ ਸ਼ੁਰੂ ਕੀਤਾ, ਕਿਸ ਏਜ ਦੇ ਵਿੱਚ? ਇਟ ਵਾਜ਼ ਇਨ ਨੀਓਲਿਥਿਕ ਏਜ। ਹਿਸਟਰੀ ਦੇ ਵਿੱਚ ਬਹੁਤ ਸਾਰੀ ਪੀਰੀਅਡਸ ਨੂੰ ਅੱਡੋ ਅੱਡੀ ਏਜਿਸ ਨਾਲ ਰੈਫਰ ਕੀਤਾ ਜਾਂਦਾ ਹੈ ਫਰੈਂਡਸ। ਅੱਜ ਕੱਲ੍ਹ ਦਾ ਜਿਹੜਾ ਲਾਈਫ ਸਟਾਈਲ ਹੈ ਦੈਟ ਇਜ਼ ਸੈਡੈਂਟਰੀ, ਨੌਨ ਮੋਬਾਈਲ, ਠੀਕ ਹੈ। ਪਰ ਪਹਿਲਾਂ ਤੋਂ ਇਹ ਨਹੀਂ ਸੀ। ਪਹਿਲਾਂ ਜਿਹੜੀ ਸੀਗੀ ਸਟੋਨ ਏਜ ਤੋਂ ਪਹਿਲਾਂ ਐਸਾ ਕੁਝ ਵੀ ਨਹੀਂ ਸੀ। ਪਹਿਲਾਂ ਲੋਕ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਦੇ ਸੀ, ਉਹ ਆਪਣੇ ਸਟਰਕਚਰਸ ਬਿਲਡ ਨਹੀਂ ਕਰਦੇ ਸੀ, ਇਸ ਲਈ ਉਹਨਾਂ ਨੂੰ ਨੋਮਡ ਮੈਨ ਕਿਹਾ ਜਾਂਦਾ ਸੀ, ਜਾਂ ਨੋਮੈਡਿਕ ਪੀਪਲ, ਹਿਊਮਨ ਸੋਸਾਇਟੀਜ਼ ਵਰ ਨੋਮੈਡਿਕ। ਜਿਹੜੀ ਪੈਲੀਓਲਿਥਿਕ ਏਜ, ਓਲਡ ਸਟੋਨ ਏਜ ਤੋਂ ਪਹਿਲਾਂ ਦਾ ਸਮਾਂ ਸੀਗਾ, ਉਸਨੂੰ ਨੋਮੈਡਿਕ ਕਿਹਾ ਜਾਂਦਾ ਸੀ, ਠੀਕ ਹੈ। ਤੇ ਨੀਓਲਿਥਿਕ ਏਜ ਦੇ ਵਿੱਚ ਲੋਕਾਂ ਨੇ ਹੌਲੀ ਹੌਲੀ ਆ ਕੇ ਸੈਟਲ ਹੋਣਾ ਸ਼ੁਰੂ ਕੀਤਾ। ਨੈਕਸਟ ਕੁਐਸਚਨ ਫਰੈਂਡਸ, ਡਿਊਰਿੰਗ ਵਿਚ ਰਾਈਨ ਵਾਜ਼ ਈਸਟ ਇੰਡੀਆ ਕੰਪਨੀ ਫਾਊਂਡਡ ਇਨ ਲੰਡਨ। ਈਸਟ ਇੰਡੀਆ ਕੰਪਨੀ ਲੰਡਨ ਦੇ ਵਿੱਚ ਕਦੋਂ ਫਾਊਂਡ, ਕਿਸ ਪੀਰੀਅਡ ਦੌਰਾਨ ਫਾਊਂਡ ਹੋਈ ਸੀ? ਮੋਸਟ ਇੰਪੋਰਟੈਂਟ ਕੁਐਸਚਨ ਫਰੈਂਡਸ। ਇਹ ਅਕਬਰ ਦੇ ਸਮੇਂ ਦੌਰਾਨ ਫਾਊਂਡ ਕੀਤੀ ਗਈ ਸੀ। 1600 ਐਸਟੈਬਲਿਸ਼ ਇਨ 1600 ਡਿਊਰਿੰਗ ਦਾ ਰਾਈਨ ਆਫ ਮੁਗਲ ਐਮਪਰਰ ਅਕਬਰ। ਅਕਬਰ ਦੇ ਐਮਪਾਇਰ ਦੇ ਵਿੱਚ ਇਸ ਨੂੰ ਜਿਹੜਾ ਐਸਟੈਬਲਿਸ਼ ਕੀਤਾ ਗਿਆ ਸੀ ਈਸਟ ਇੰਡੀਆ ਕੰਪਨੀ ਨੂੰ, ਲੰਡਨ ਦੇ ਵਿੱਚ ਇਨ 1600। Who was known as lady with lamp? Any guesses? ਕੋਈ guess guys? lady with the lamp ਕਿਸ ਨੂੰ ਕਿਹਾ ਜਾਂਦਾ ਸੀ? Most important, it's ਫਲੋਰੈਂਸ ਨਾਈਟਿੰਗੇਲ। ਫਲੋਰੈਂਸ ਨਾਈਟਿੰਗੇਲ ਨੂੰ ਉਸਦੇ ਜਿਹੜੇ ਸੋਸ਼ਲ ਐਕਟਿਵਿਜ਼ਮ ਸੀ, ਸੋਸ਼ਲ ਉਹਨਾਂ ਦੇ ਕੰਮ ਕਰਦੇ ਸੀ, ਉਸ ਕਾਰਨ ਉਹਨਾਂ ਨੂੰ ਫਲੋਰੈਂਸ ਨਾਈਟਿੰਗੇਲ ਨੂੰ ਦ ਲੇਡੀ ਵਿਦ ਦ ਲੈਂਪ ਕਿਹਾ ਜਾਂਦਾ ਸੀ। ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਹੋਰ ਵੀ ਇੰਟਰਸਟਿੰਗ ਗੱਲਾਂ ਨੇ ਫਰੈਂਡਸ। ਉਹ ਇੱਕ ਬ੍ਰਿਟਿਸ਼ ਨਰਸ ਸੀ, ਇੱਕ ਰਿਫਾਰਮਰ ਸੀ ਤੇ ਇੱਕ ਸਟੈਟਿਸਟੀਸ਼ੀਅਨ ਸੀ। ਫਾਊਂਡਰ ਆਫ ਮਾਡਰਨ ਨਰਸਿੰਗ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਉਹਨਾਂ ਦੇ ਜਿਹੜੀ ਸੈਨੀਟੇਸ਼ਨ ਨੂੰ ਲੈ ਕੇ ਉਹਨਾਂ ਦੇ ਵਿਊਜ਼ ਸੀ, ਉਸਨੇ ਇੱਕ ਕ੍ਰਾਂਤੀ ਲਿਆ ਦਿੱਤੀ। ਮਤਲਬ ਉਹਨਾਂ ਨੇ ਸੈਂਟ ਥੋਮਸ ਹਸਪੀਟਲ ਐਸਟੈਬਲਿਸ਼ ਕੀਤਾ। 1860 ਦੇ ਵਿੱਚ ਉਹਨਾਂ ਨੇ ਨਾਈਟਿੰਗੇਲ ਟ੍ਰੇਨਿੰਗ ਸਕੂਲ ਫॉर ਨਰਸਿਸ ਐਸਟੈਬਲਿਸ਼ ਕੀਤਾ। ਉਹਨਾਂ ਦੇ ਜਿਹੜੇ ਰਿਫਾਰਮ ਦੇ ਜਿਹੜੇ ਤਰੀਕੇ ਸੀ ਹੈਲਥ ਕੇਅਰ ਨੂੰ ਲੈ ਕੇ, ਉਹਨਾਂ ਦੀ ਜਿਹੜੀ ਸੋਚ ਸੀ, ਉਸਨੇ ਬਹੁਤ ਜ਼ਿਆਦਾ ਇਨਫਲੂਐਂਸ ਕੀਤਾ 19th ਤੇ 20th century people. Next question is, which Rajput dynasty did not surrender to Akbar? ਕਿਹੜੀ ਰਾਜਪੂਤ ਡਾਇਨੈਸਟੀ ਨੇ ਸਰੈਂਡਰ ਨਹੀਂ ਕੀਤਾ ਸੀ ਅਕਬਰ ਦੇ ਅੱਗੇ? ਸਿਸੋਦੀਆ ਡਾਇਨੈਸਟੀ ਸੀਗੀ ਜਿਹੜੀ। ਸਿਸੋਦੀਆ ਇੱਕ ਰਾਜਪੂਤ ਡਾਇਨੈਸਟੀ ਸੀ ਜਿਸਨੇ ਅਕਬਰ ਦੇ ਸਾਹਮਣੇ ਸਰੈਂਡਰ ਨਹੀਂ ਕੀਤਾ ਸੀ, ਮਨਾ ਕਰਤਾ ਸੀ ਉਹਨਾਂ ਨੇ ਸਰੈਂਡਰ ਕਰਨ ਤੋਂ। ਸਿਸੋਦੀਆ ਡਾਇਨੈਸਟੀ ਦੈਟ ਰੂਲਡ ਮੇਵਾੜ। ਸਿਸੋਦੀਆ ਡਾਇਨੈਸਟੀ ਨੇ ਮੇਵਾੜ ਨੂੰ ਰੂਲ ਕੀਤਾ ਸੀ, ਠੀਕ ਹੈ। ਉਦੋਂ ਤੱਕ ਉਹਨਾਂ ਨੇ ਅਕਬਰ ਦੇ ਅੱਗੇ ਸਰੈਂਡਰ ਨਹੀਂ ਕੀਤਾ ਜਦੋਂ ਤੱਕ ਜਹਾਂਗੀਰ ਨੇ ਰਾਣਾ ਪ੍ਰਤਾਪ ਜਿਹੜੇ ਸੀ, ਰਾਣਾ ਪ੍ਰਤਾਪ ਦੇ ਬੇਟੇ ਨੂੰ ਨਹੀਂ ਹਰਾ ਦਿੱਤਾ। ਰਾਣਾ ਪ੍ਰਤਾਪ ਦਾ ਬੇਟਾ ਇੱਕ ਬਹੁਤ ਵੀਕ ਰੂਲਰ ਸੀ ਜਿਸ ਨੂੰ ਕਿ ਜਹਾਂਗੀਰ ਨੇ ਹਰਾ ਦਿੱਤਾ। ਇਸ ਤੋਂ ਬਾਅਦ ਸਿਸੋਦੀਆ ਡਾਇਨੈਸਟੀ ਨੂੰ ਮਤਲਬ ਮਜਬੂਰਨ ਅਕਬਰ ਦੇ ਅੱਗੇ ਸਰੈਂਡਰ ਕਰਨਾ ਪਿਆ, ਬਟ ਉਸ ਸਮੇਂ ਤੱਕ ਉਹਨਾਂ ਨੇ ਸਰੈਂਡਰ ਨਹੀਂ ਸੀ ਕੀਤਾ। ਨੈਕਸਟ ਕੁਐਸਚਨ ਫਰੈਂਡਸ, where was Shivaji crowned as an independent king? Most very important question friends। ਸ਼ਿਵਾਜੀ ਨੂੰ ਇੰਡੀਪੈਂਡੈਂਟ ਕਿੰਗ ਦੀ ਉਪਾਧੀ ਕਦੋਂ ਦਿੱਤੀ ਗਈ ਸੀ? ਰਾਏਗੜ੍ਹ ਦੇ ਵਿੱਚ ਉਹਨਾਂ ਨੂੰ ਇੰਡੀਪੈਂਡੈਂਟ ਕਿੰਗ ਦੀ ਉਪਾਧੀ ਦਿੱਤੀ ਗਈ ਸੀ। ਇਹ 1674 ਦਾ ਇਨਸੀਡੈਂਟ ਹੈ ਜਿੱਥੇ ਉਹਨਾਂ ਨੂੰ ਛਤਰਪਤੀ ਮੋਨਾਰਕ ਦੇ ਨਾਮ ਨਾਲ ਕਰਾਊਨ ਕੀਤਾ ਗਿਆ ਸੀ। ਨੈਕਸਟ ਇਜ਼, ਵਿਚ ਸੈਂਟ ਨੇਮ ਇਜ਼ ਐਸੋਸੀਏਟਿਡ ਵਿਦ ਸ਼ਿਵਾਜੀ? ਸ਼ਿਵਾਜੀ ਦਾ ਨਾਮ ਕਈ ਜ਼ਿਆਦਾ
ਫੇਮਸ ਸੈਂਟਸ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ ਹਿਸਟਰੀ ਦੇ ਸਮੇਂ ਤੋਂ ਹੀ। 4 ਉਹਨਾਂ ਦੇ ਬਹੁਤ ਫੇਮਸ ਸੈਂਟ ਸੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਨਾਮ ਜੋੜਿਆ ਜਾਂਦਾ ਸੀ। ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੋਸਟ ਫੇਮਸ ਸੀ ਦੈਟ ਇਜ਼ ਰਾਮਦਾਸ। ਰਾਮਦਾਸ ਦਾ ਨਾਮ ਸ਼ਿਵਾਜੀ ਦੇ ਨਾਲ ਬਹੁਤ ਜ਼ਿਆਦਾ ਜੋੜਿਆ ਜਾਂਦਾ ਹੈ ਕਿਉਂਕਿ ਉਹ ਇੱਕ ਸ਼ਿਵਾਜੀ ਦੇ ਇੰਸਪਾਇਰਰ ਸੀ। ਸ਼ਿਵਾਜੀ ਨੂੰ ਇੰਸਪਾਇਰ ਕਰਨ ਵਾਲੇ ਸੀ ਰਾਮਦਾਸ, ਸੈਂਟ ਰਾਮਦਾਸ। ਉਹਨਾਂ ਦਾ ਜਨਮ ਸੂਰਿਆਜੀ ਪੰਥ ਅਤੇ ਰੇਨੂਕਾ ਬਾਈ ਦੇ ਬੌਰਨ ਸੀ। ਉਹ ਮਤਲਬ ਉਹਨਾਂ ਦੇ ਫਾਦਰ ਦਾ ਨਾਮ ਸੂਰਿਆਜੀ ਪੰਥ ਅਤੇ ਮਾਤਾ ਜੀ ਦਾ ਨਾਮ ਰੇਨੂਕਾ ਬਾਈ ਸੀ। ਉਹਨਾਂ ਦਾ ਜਨਮ ਜਿਹੜਾ ਸੀ ਉਹ ਜੰਬ ਮਹਾਰਾਸ਼ਟਰ ਦੇ ਵਿੱਚ 1608 ਦੇ ਵਿੱਚ ਹੋਇਆ ਸੀ। ਉਹਨਾਂ ਦਾ ਅਸਲ ਨਾਮ ਜਿਹੜਾ ਸੀ ਨਾਰਾਇਣ ਸੀ। ਉਹਨਾਂ ਨੂੰ ਬਾਅਦ ਦੇ ਵਿੱਚ ਰਾਮਦਾਸ ਕਿਹਾ ਜਾਣ ਲੱਗਿਆ। ਰਾਮਦਾਸ ਦੇ ਨਾਮ ਨਾਲ ਉਹ ਪ੍ਰਸਿੱਧ ਹੋਏ। ਉਹ ਸੰਤ ਤੁਕਾਰਾਮ, ਜਿਹੜੇ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤੇ ਆ, ਸੰਤ ਤੁਕਾਰਾਮ ਦੇ ਕੰਟੈਂਪਰੇਰੀ ਸੀਗੇ ਰਾਮਦਾਸ, ਤੇ ਇੱਕ ਲੋਰਡ ਰਾਮ ਤੇ ਹਨੂਮਾਨ ਦੇ ਭਗਤ ਸੀ ਉਹ। ਤੇ ਉਹ ਸਵੈਮ ਉਹਨਾਂ ਨੂੰ ਭਗਵਾਨ ਸ਼੍ਰੀ ਰਾਮ ਨੇ ਖੁਦ ਉਹਨਾਂ ਨੂੰ ਦਰਸ਼ਨ ਵੀ ਦਿੱਤੇ ਸੀ। By whom was island of Bombay was given to the English Prince Charles II as dowry? Most important question friends again. English Prince Charles II ਨੂੰ ਡੌਰੀ ਦੇ ਵਿੱਚ ਆਈਲੈਂਡ ਆਫ ਬੰਬੇ ਦਿੱਤਾ ਗਿਆ ਸੀ। ਕਿਹਨਾਂ ਵੱਲੋਂ ਦਿੱਤਾ ਗਿਆ ਸੀ ਫਰੈਂਡਸ? ਪੋਰਤਗੀਜ਼ ਵੱਲੋਂ ਦਿੱਤਾ ਗਿਆ ਸੀ। ਪੋਰਤਗੀਜ਼ ਜਿਹੜੇ ਸੀ ਉਹਨਾਂ ਦੇ ਮਤਲਬ ਕਿੰਗ ਚਾਰਲਸ ਨੇ ਵਿਆਹ ਕੀਤਾ ਸੀ ਕੈਥਰੀਨ ਆਫ ਬ੍ਰਾਗਾਂਜ਼ਾ ਦੇ ਨਾਲ, ਜਿਸ ਕਾਰਨ ਪੋਰਤਗੀਜ਼ ਵੱਲੋਂ ਉਹਨਾਂ ਨੂੰ ਐਜ਼ ਅ ਡੋਰੀ, ਉੱਥੋਂ ਦੇ ਕਿੰਗ ਨੂੰ ਐਜ਼ ਅ ਡੋਰੀ ਮਨੀ ਉਹਨਾਂ ਨੂੰ ਆਈਲੈਂਡ ਆਫ ਬੰਬੇ ਗਿਫਟ ਕੀਤਾ ਗਿਆ ਸੀ। ਐਜ਼ ਅ ਪਾਰਟ ਆਫ ਡੋਰੀ, ਪੋਰਤਗਲ ਹੈਂਡਡ ਓਵਰ ਦ ਸਿਟੀ ਆਫ ਬੰਬੇ ਐਂਡ ਟੈਂਗੀਅਰਸ ਟੂ ਚਾਰਲਸ II। ਕਦੋਂ ਕੀਤਾ ਗਿਆ ਸੀ ਇਹ? 1661 ਦੇ ਵਿੱਚ। ਵਿਚ ਫਸਟ ਯੂਰੋਪੀਅਨ ਕੇਮ ਟੂ ਇੰਡੀਆ? ਇੰਡੀਆ ਦੇ ਵਿੱਚ ਕਿਹੜਾ ਯੂਰੋਪੀਅਨ ਜਿਹੜਾ ਸੀਗਾ ਪਹਿਲੀ ਵਾਰੀ ਇੰਡੀਆ ਦੇ ਵਿੱਚ ਆਇਆ? ਉਸ ਦਾ ਨਾਮ ਸੀ ਫਰੈਂਡਸ, ਬਹੁਤ ਜ਼ਿਆਦਾ ਫੇਮਸ ਹੈ, ਤੁਸੀਂ ਈਜ਼ੀਲੀ ਗੈਸ ਕਰ ਸਕਦੇ ਹੋ ਫਰੈਂਡਸ। ਐਨੀ ਗੈਸਿਸ? ਓਕੇ, ਪੋਰਤਗੀਜ਼ ਇੱਕ ਯੂਰੋਪੀਅਨ ਸੀਗਾ ਜਿਸ ਦਾ ਨਾਮ ਸੀ ਵਾਸਕੋ ਡੀ ਗਾਮਾ। ਉਹ ਪਹਿਲੀ ਵਾਰੀ ਇੰਡੀਆ ਦੇ ਵਿੱਚ ਆਇਆ। ਠੀਕ ਹੈ ਫਰੈਂਡਸ। Portuguese explorer Vasco da Gama became the first European to reach India via the Atlantic Ocean when he arrives at Calicut। Calicut ਦੇ ਵਿੱਚ ਆਇਆ ਸੀ ਉਹ, ਤੇ ਮਾਲਾਬਾਰ ਕੋਸਟ ਦੇ ਉੱਤੇ ਹੈ ਕੈਲੀਕਟ ਦੇ ਵਿੱਚ ਮਾਲਾਬਾਰ ਕੋਸਟ ਦੇ ਉੱਤੇ ਉਹ ਆਇਆ ਸੀ, ਤੇ ਉਹ ਇੱਕ ਪਹਿਲਾ ਯੂਰੋਪੀਅਨ ਬਣ ਗਿਆ ਸੀ ਜਿਸ ਨੇ ਇੰਡੀਆ ਨੂੰ ਵਿਜ਼ਿਟ ਕੀਤਾ। ਕੌਣ ਸੀ? ਪੋਰਤਗੀਜ਼ ਵਾਸਕੋ ਡੀ ਗਾਮਾ। Who was impeached in the England for his actions in India? Most important, ਇਹ ਥੋੜਾ ਅਧੂਰਾ ਜਿਹਾ ਕੁਐਸਚਨ ਲੱਗ ਰਿਹਾ ਫਰੈਂਡਸ ਵੈਸੇ, ਪਰ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਚੁੱਕਿਆ ਇਹ ਕਈ ਵਾਰੀ, ਸੋ ਆਪਾਂ ਨੂੰ ਡਿਸਕਸ ਕਰਨਾ ਪੈ ਰਿਹਾ। Who was impeached in England? ਇੰਗਲੈਂਡ ਦੇ ਵਿੱਚ ਇੰਪੀਚ ਕੀਤਾ ਗਿਆ ਸੀ ਇੰਡੀਆ ਦੇ ਵਿੱਚ ਕੀਤੀਆਂ ਗਈਆਂ ਗਲਤ ਐਕਟੀਵਿਟੀਜ਼ ਕਾਰਨ। ਕਿਸ ਨੂੰ ਇੰਗਲੈਂਡ ਦੇ ਵਿੱਚ ਇੰਪੀਚ ਕੀਤਾ ਗਿਆ ਸੀ? ਇੰਪੀਚ ਕਰਨਾ ਹੁੰਦਾ ਫਰੈਂਡਸ ਕਿ ਕਿਸੇ ਨੂੰ ਦੇਸ਼ ਨਿਕਾਲਾ ਦੇ ਦੇਣਾ, ਜਾਂ ਮਤਲਬ ਉਹਦੇ ਤੋਂ ਥੱਲੇ ਉਤਾਰ ਦੇਣਾ, ਇੰਪੀਚ ਕਰ ਦੇਣਾ। ਸੋ ਵਾਰਨ ਹਾਸਟਿੰਗ ਸੀ ਜਿਹੜੇ ਆਪਣੇ ਫਸਟ ਗਵਰਨਰ ਜਨਰਲ ਆਫ ਬੰਗਾਲ ਇਨ ਬ੍ਰਿਟਿਸ਼ ਪਾਰਲੀਮੈਂਟ, ਉਹਨਾਂ ਨੂੰ ਇੰਡੀਆ ਦੇ ਵਿੱਚ ਗਲਤ ਐਕਟੀਵਿਟੀਜ਼ ਕਾਰਨ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਇੰਪੀਚ ਕਰ ਦਿੱਤਾ ਗਿਆ ਸੀ। ਸੋ ਦਿਸ ਵਾਜ਼ ਦ ਸੈਸ਼ਨ, ਦਿਸ ਵਾਜ਼ ਦ ਫਸਟ ਸੈਸ਼ਨ ਫਰੈਂਡਸ। ਹੋਪ ਤੁਸੀਂ ਇੰਜੋਏ ਕੀਤਾ ਹੋਊਗਾ। ਥੈਂਕ ਯੂ ਸੋ ਮਚ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਹੋਰ ਐਂਗੇਜਿੰਗ ਕੰਟੈਂਟ ਅਸੀਂ ਲੈ ਕੇ ਆਉਂਦੇ ਰਹੀਏ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ। ਥੈਂਕ ਯੂ ਫਰੈਂਡਸ।